ਨਿਊ ਟੌਪਿਕ ਸਟਾਰਟ ਕਰਨ ਲੱਗੇ ਅੱਜ ਦੈਟ ਇਜ਼ ਸੈਂਟੈਂਸਿਸ ਐਂਡ ਇਟਸ ਕਾਈਂਡਸ। ਮੇਨ ਬੇਸਿਕ ਜੋ ਇੰਗਲਿਸ਼ ਗ੍ਰਾਮਰ ਹੁੰਦੀ ਹੈ, ਇੰਗਲਿਸ਼ ਗ੍ਰਾਮਰ ਦੇ ਹਰੇਕ ਜੋ ਆਪਾਂ ਮਤਲਬ ਕਲੈਕਸ਼ਨ ਆਫ ਵਰਡਸ ਪੜ੍ਹਦੇ ਹਾਂ, ਜੋ ਵੀ ਮੈਂ ਵਰਡਸ ਬੋਲ ਰਹੀ ਹਾਂ, ਮੰਨ ਲਓ ਇੰਗਲਿਸ਼ ਆਈ ਐਮ ਸਪੀਕਿੰਗ ਸਮ ਵਰਡਸ, ਤਾਂ ਉਹਦੇ ਵਿੱਚ ਜੋ ਵੀ ਵਰਡਸ ਮੈਂ ਬੋਲ ਰਹੀ ਹਾਂ, ਜਦੋਂ ਮੈਂ ਵਰਡਸ ਨੂੰ ਮਤਲਬ ਇਕੱਠਿਆ ਕਰ ਦੂੰਗੀ, ਕੰਬਾਈਨ ਕਰਨ 'ਤੇ ਉਹ ਬਣ ਜਾਣਗੇ ਸੈਂਟੈਂਸਿਸ। ਠੀਕ ਹੈ, ਆਪਾਂ ਇਹਦੇ ਵਿੱਚ ਪੜ੍ਹਾਂਗੇ ਸੈਂਟੈਂਸ ਦੇ ਵਿੱਚ ਕੀ ਜਿਹੜੇ ਮੇਨ ਥਿੰਗਸ ਆਉਂਦੀਆਂ ਅਤੇ ਸੈਂਟੈਂਸਿਸ ਦੇ ਕਿਹੜੇ ਕਾਈਂਡਸ ਹੁੰਦੇ ਆ। ਠੀਕ ਹੈ, ਤਾਂ ਫਸਟ ਆ ਗਿਆ ਵੀ ਯੂਜ਼ ਮੈਨੀ ਵਰਡਸ ਵੈਨ ਵੀ ਸਪੀਕ ਔਰ ਰਾਈਟ। ਜਦੋਂ ਆਪਾਂ ਬੋਲਦੇ ਹਾਂ ਜਾਂ ਆਪਾਂ ਲਿਖਦੇ ਹਾਂ ਉਦੋਂ ਆਪਾਂ ਕਾਫੀ ਸਾਰੇ ਵਰਡਸ ਯੂਜ਼ ਕਰਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਦ ਕੈਟ ਸੈਟ ਔਨ ਦ ਮੈਟ, ਇਹਦੇ ਵਿੱਚ ਮੈਂ ਕਿੰਨੇ ਵਰਡ ਯੂਜ਼ ਕਰ ਲਏ ਨਾ, ਦ ਕੈਟ ਸੈਟ ਔਨ ਦ ਮੈਟ। ਜੇ ਮੈਂ ਇਹਨੂੰ ਸ਼ਫਲ ਕਰਦਾ, ਮੈਟ ਕੈਟ ਔਨ ਦ ਸੈਟ ਕੈਟ, ਕੀ ਬਣਿਆ? ਕੁਛ ਨਹੀਂ ਬਣਿਆ ਨਾ। ਮਤਲਬ ਮੈਂ ਇੱਕ ਇੱਦਾਂ ਦੇ ਗਰੁੱਪ ਆਫ ਵਰਡਸ ਯੂਜ਼ ਕਰਨੇ ਆ, ਉਹਨਾਂ ਨੂੰ ਪਰ ਕਰੈਕਟ ਆਰਡਰ ਦੇ ਵਿੱਚ ਵੀ ਯੂਜ਼ ਕਰਨਾ। ਠੀਕ ਹੈ, ਆਪਾਂ ਕੀ ਕਰਨਾ, ਗਰੁੱਪ ਆਫ ਵਰਡ ਯੂਜ਼ ਕੀਤੇ, ਕਾਫੀ ਸਾਰੇ ਵਰਡ ਯੂਜ਼ ਕੀਤੇ ਤਾਂ ਠੀਕ ਹੈ, ਬਟ ਉਹਨਾਂ ਨੂੰ ਕਰੈਕਟ ਆਰਡਰ ਦੇ ਵਿੱਚ ਜਦੋਂ ਲਗਾ ਦਿੰਦੇ ਆ ਤਾਂ ਉਹ ਕਰੈਕਟ ਆਰਡਰ ਆਪਾਂ ਨੂੰ ਇੱਕ ਕੀ ਦੇ ਦਿੰਦਾ, ਸੈਂਟੈਂਸ ਬਣਾ ਦਿੰਦਾ। ਤਾਂ ਕੀ ਬਣੀ ਸੈਂਟੈਂਸ ਦੀ ਡੈਫੀਨੇਸ਼ਨ? ਅ ਗਰੁੱਪ ਆਫ ਵਰਡਸ ਵਿਚ ਮੇਕਸ ਕੰਪਲੀਟ ਸੈਂਸ। ਉਹ ਵਾਲੇ ਗਰੁੱਪ ਆਫ ਵਰਡ ਜਿਹੜੀ ਇੱਕ ਕੰਪਲੀਟ ਸੈਂਸ ਬਣਾ ਦਿੰਦੇ ਆ, ਉਹਨੂੰ ਆਪਾਂ ਸੈਂਟੈਂਸ ਬੋਲਦੇ ਹਾਂ। ਠੀਕ ਹੈ, ਦਸ ਸੈਂਟੈਂਸ ਇਜ਼ ਅ ਗਰੁੱਪ ਆਫ ਵਰਡਸ ਦੈਟ ਆਰ ਕੈਪਟ ਇਨ ਅ ਪਰਟੀਕੂਲਰ ਆਰਡਰ। ਆਪਾਂ ਵਰਡਸ ਨੂੰ ਇੱਕ ਪਰਟੀਕੂਲਰ ਆਰਡਰ ਦੇ ਵਿੱਚ ਲਗਾਉਣਾ ਤਾਂ ਜੋ ਕਿ ਉਹ ਇੱਕ ਕੰਪਲੀਟ ਸੈਂਸ ਬਣਾ ਦੇਣ, ਇੱਕ ਕੰਪਲੀਟ ਮਤਲਬ ਬਣਾ ਦੇਣ ਉਸ ਗੱਲ ਦਾ। ਫਿਰ ਆਪਾਂ ਕਹਾਂਗੇ ਕਿ ਹਾਂ ਇਹ ਕੀ ਇੱਕ ਸੈਂਟੈਂਸ ਹੈ। ਸਮਝ ਲੱਗ ਗਈ ਸੈਂਟੈਂਸ ਕੀ ਹੁੰਦੇ ਆ? ਜਿਹੜੇ ਆਪਾਂ ਗਰੁੱਪ ਆਫ ਵਰਡਸ ਲੈਂਦੇ ਹਾਂ, ਗਰੁੱਪ ਆਫ ਵਰਡਸ ਨੂੰ ਇੱਦਾਂ ਅਰੇਂਜ ਕਰਨਾ ਤਾਂ ਜੋ ਕਿ ਕੰਪਲੀਟ ਸੈਂਸ ਬਣ ਜੇ, ਦੈਟ ਇਜ਼ ਨੋਨ ਐਜ਼ ਸੈਂਟੈਂਸ। ਸੈਂਟੈਂਸ ਆਰ ਆਫ 4 ਕਾਈਂਡਸ। ਸੈਂਟੈਂਸ 4 ਕਾਈਂਡਸ ਦੇ ਹੁੰਦੇ ਆ, ਵਨ ਬਾਏ ਵਨ ਆਪਾਂ ਰੀਡ ਕਰਦੇ ਹਾਂ। ਫਸਟ ਕਾਈਂਡ ਹੁੰਦੀ ਹੈ ਇਹਦੀ ਆਪਣੇ ਕੋਲ, ਫਸਟ ਕਾਈਂਡ ਹੁੰਦੀ ਹੈ ਸੈਂਟੈਂਸਿਸ ਦੋਜ਼ ਵਿਚ ਮੇਕ ਸਟੇਟਮੈਂਟ ਔਰ ਐਸਰੇਸ਼ਨ। ਮਤਲਬ ਜਿਹੜੇ ਵੀ ਸੈਂਟੈਂਸ ਇੱਕ ਸਟੇਟਮੈਂਟ ਬਣਾ ਦੇਣ, ਜਿਵੇਂ ਹਮਟੀ ਡਮਟੀ ਸੈਟ ਔਨ ਅ ਵਾਲ, ਇੱਕ ਸਟੇਟਮੈਂਟ ਬਣ ਗਈ ਨਾ, ਇੱਕ ਪੂਰੀ ਲਾਈਨ ਬਣ ਗਈ। ਤਾਂ ਉਹਦੇ ਵਿੱਚ ਜਿਹੜੀ ਇੱਕ ਸਿੰਪਲ ਲਾਈਨ ਬਣ ਜੇ ਉਹਨੂੰ ਆਪਾਂ ਜਾਂ ਤਾਂ ਬੋਲਦੇ ਹਾਂ ਐਸਰੇਸ਼ਨਸ, ਜਾਂ ਉਹਨੂੰ ਬੋਲਦੇ ਹਾਂ ਡੈਕਲਰੇਟਿਵ ਜਾਂ ਐਸਰਵੇਟਿਵ ਸੈਂਟੈਂਸਿਸ, ਜਿਹੜੀ ਕੰਪਲੀਟ ਸਟੇਟਮੈਂਟ ਬਣ ਜੇ। ਫਸਟ ਹੋ ਗਈ ਸੈਂਟੈਂਸ ਆਪਣੇ ਕੋਲ ਕਾਈਂਡ। ਸੈਕਿੰਡ ਆ ਗਿਆ ਦੋਜ਼ ਵਿਚ ਆਸਕ ਕੁਐਸਚਨਸ, ਜਿਹੜੇ ਸੈਂਟੈਂਸ ਆਪਾਂ ਨੂੰ ਕੁਐਸਚਨ ਆਸਕ ਕਰਨ, ਜਿਵੇਂ ਵਾਟ ਇਜ਼ ਯੂਰ ਨੇਮ, ਇਨ ਵਿਚ ਕਲਾਸ ਯੂ ਆਰ ਸਟੱਡਿੰਗ, ਇਨ ਵਿਚ ਸਕੂਲ ਯੂ ਆਰ ਸਟੱਡਿੰਗ। ਤਾਂ ਉਹ ਵਾਲੇ ਜਿਹੜੇ ਸੈਂਟੈਂਸ ਆਪਾਂ ਨੂੰ ਕੁਐਸਚਨ ਪੁੱਛਣ, ਆਸਕ ਕੁਐਸਚਨ, that is known as interrogative sentences. Interrogative sentences ਮਤਲਬ ਜੋ ਲਾਈਨ ਦੇ ਐਂਡ ਵਿੱਚ ਤੁਹਾਨੂੰ ਕੁਐਸਚਨ ਮਾਰਕ ਦਿਖੇ, ਮਤਲਬ ਉਹ ਕਿਹੜਾ ਸੈਂਟੈਂਸ ਹੈ? ਇੰਟੈਰੋਗੇਟਿਵ ਸੈਂਟੈਂਸ। ਠੀਕ ਹੈ, ਥਰਡ ਹੈ ਦੋਜ਼ ਵਿਚ ਐਕਸਪ੍ਰੈਸ ਕਮਾਂਡਸ, ਰਿਕੁਐਸਟ ਔਰ ਇੰਟੈਰੇਟਿਵ। ਮਤਲਬ ਜਿਹੜੇ ਆਪਾਂ ਨੂੰ ਕੋਈ ਕਮਾਂਡ ਦੇਵੇ ਕਿ ਤੂੰ ਇੱਦਾਂ ਕਰ, ਜਾਂ ਆਪਾਂ ਨੂੰ ਰਿਕੁਐਸਟ ਕਰੇ ਕਿ ਪਲੀਜ਼ ਤੁਸੀਂ ਇੱਦਾਂ ਕਰੋ, ਜਾਂ ਇੰਟਰੇਟਿਵ ਮਤਲਬ ਆਪਾਂ ਨੂੰ ਕੋਈ ਮਤਲਬ ਗੱਲ ਕਵੇ, ਮਤਲਬ ਦਿਮਾਗ ਲਾਉਣ ਵਾਲੀ ਗੱਲ ਕਵੇ, ਕੋਈ ਸਮਝਾਉਣ ਵਾਲੀ ਗੱਲ ਕਵੇ, ਤਾਂ ਉੱਥੇ ਆਪਾਂ ਯੂਜ਼ ਕਰਦੇ ਹਾਂ ਇਹ ਵਾਲੀਆਂ ਇੰਪੈਰੇਟਿਵ ਸੈਂਟੈਂਸਿਸ। ਉਹ ਸੈਂਟੈਂਸਿਸ ਹੁੰਦੇ ਆ ਇੰਪੈਰੇਟਿਵ, ਜਿਵੇਂ ਬੀ ਕੁਆਇਟ, ਹੈਵ ਮਰਸੀ ਔਨ ਮੀ, ਵੀ ਚੁੱਪ ਕਰ ਜਾਓ, ਮੇਰੇ 'ਤੇ ਦਇਆ ਕਰੋ। ਮੰਨ ਲਓ ਮੇਰਾ ਸਿਰ ਬਹੁਤ ਦਰਦ ਕਰ ਰਿਹਾ, ਮੈਂ ਤੁਹਾਨੂੰ ਕਹੂੰਗੀ ਨਾ ਪਲੀਜ਼ ਚੁੱਪ ਕਰ ਜਾਓ, ਮੇਰੇ 'ਤੇ ਦਇਆ ਕਰੋ। ਤਾਂ ਬੀ ਕੁਆਇਟ, ਹੈਵ ਮਰਸੀ ਔਨ ਮੀ, ਹੈਵ ਮਰਸੀ ਔਨ ਮੀ ਵਿੱਚ ਆ ਜਾਊਗਾ ਕਿ ਮੈਂ ਰਿਕੁਐਸਟ ਕਰ ਰਹੀ ਹਾਂ ਵੀ ਮੇਰੇ 'ਤੇ ਦਇਆ ਕਰੋ। ਬੀ ਕੁਆਇਟ ਇੱਥੇ ਮੈਂ ਆਰਡਰ ਵੀ ਦੇ ਸਕਦੀ ਹਾਂ, ਇੱਥੇ ਮੈਂ ਕਮਾਂਡ ਵੀ ਦੇ ਸਕਦੀ ਹਾਂ, ਤਾਂ ਉਹ ਵਾਲਾ ਕਿਹੜਾ ਹੋ ਸਕਦਾ? ਇੰਪੈਰੇਟਿਵ ਸੈਂਟੈਂਸ। ਠੀਕ ਹੈ, ਦੋਜ਼ ਵਿਚ ਐਕਸਪ੍ਰੈਸ ਸਟਰੋਂਗ ਫੀਲਿੰਗਸ, ਜਿਹੜੇ ਆਪਾਂ ਨੂੰ ਫੀਲਿੰਗਸ ਬਾਰੇ ਦੱਸਣ, ਵੀ ਆਪਾਂ ਨੂੰ ਕੋਈ ਚੰਗਾ ਬਿਹੇਵੀਅਰ ਬਾਰੇ ਦੱਸੇ, ਕੋਈ ਬੈਡ ਬਿਹੇਵੀਅਰ ਬਾਰੇ ਦੱਸੇ, ਜਾਂ ਆਪਾਂ ਨੂੰ ਕੋਈ ਖੁਸ਼ ਹੋ ਕੇ ਗੱਲ ਕਵੇ ਜਾਂ ਕੋਈ ਦੁਖੀ ਹੋ ਕੇ ਗੱਲ ਕਵੇ, ਜਾਂ ਕੋਈ ਬਹੁਤ ਟੈਂਸਡ ਹੈ ਜਾਂ ਕੋਈ ਬਹੁਤ ਹੈਪੀ ਹੈ। ਠੀਕ ਹੈ, ਤਾਂ ਉਹ ਫੀਲਿੰਗਸ ਜਦੋਂ ਗੱਲ ਆ ਜੂਗੀ ਤਾਂ ਉਹ ਫੀਲਿੰਗਸ ਨੂੰ ਆਪਾਂ ਕਹਾਂਗੇ ਐਕਸਕਲਾਮੇਟਰੀ ਸੈਂਟੈਂਸਿਸ। ਅਤੇ ਐਕਸਕਲਾਮੇਟਰੀ ਸੈਂਟੈਂਸਿਸ ਹਮੇਸ਼ਾ ਇਹ ਵਾਲੇ ਜਿਹੜਾ ਹੈਗਾ ਲੈਟਰ ਨਾਲ ਰੁਕਣਗੇ, ਇਹ ਵਾਲੇ ਮਤਲਬ ਕੀ ਕਹਾਂਗੇ ਇਹਨੂੰ ਆਪਾਂ, ਮਾਰਕ ਨਾਲ ਹੋਊਗਾ ਇੱਦਾਂ ਵਾਲਾ, ਇਹਨੂੰ ਬੋਲਦੇ ਹਾਂ ਐਕਸਕਲਾਮੇਟਰੀ ਮਾਰਕ। ਠੀਕ ਹੈ, ਹਾਊ ਵਾਰਮ ਦ ਡੇ ਇਜ਼, ਕਿ ਦਿਨ ਕਿੰਨਾ ਗਰਮ ਹੈ। ਵਾਟ ਅ ਸ਼ੇਮਫੁਲ ਬਿਹੇਵੀਅਰ, ਵੀ ਕਿੰਨਾ ਗਲਤ ਬਿਹੇਵੀਅਰ ਆ ਉਹਦਾ। ਠੀਕ ਹੈ, ਜਦੋਂ ਆਪਾਂ ਕੋਈ ਇੱਦਾਂ ਦੀ ਫੀਲਿੰਗਸ ਨੂੰ ਐਕਸਪ੍ਰੈਸ ਕਰਦੇ ਹਾਂ ਤਾਂ ਫੀਲਿੰਗਸ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ? ਐਕਸਕਲਾਮੇਟਰੀ ਸਾਈਨਸ ਯੂਜ਼ ਕਰਦੇ ਹਾਂ, ਅਤੇ ਉਹਨੂੰ ਐਕਸਕਲਾਮੇਟਰੀ ਸੈਂਟੈਂਸਿਸ ਬੋਲਦੇ ਹਾਂ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਐਵਰੀ ਸੈਂਟੈਂਸ ਹੈਜ਼ 2 ਪਾਰਟਸ। ਕੋਈ ਵੀ ਸੈਂਟੈਂਸ ਬੋਲ ਰਹੇ ਜਿਵੇਂ ਮਾਈ ਨੇਮ ਇਜ਼ ਦਿਸ, ਮਾਈ ਨੇਮ ਇਜ਼ ਰਾਮ ਫॉर ਐਗਜ਼ਾਮਪਲ, ਤਾਂ ਹਰੇਕ ਸੈਂਟੈਂਸ ਦੇ ਵਿੱਚ 2 ਪਾਰਟਸ ਹੁੰਦੇ ਹੈ। ਫਸਟ ਹੁੰਦਾ ਸਬਜੈਕਟ, ਸੈਕਿੰਡ ਹੁੰਦਾ ਪ੍ਰੈਡੀਕੇਟ। ਠੀਕ ਹੈ,
ਇਹ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਕਿ ਸਬਜੈਕਟ ਕਿਹੜਾ ਹੁੰਦਾ, ਪ੍ਰੈਡੀਕੇਟ ਕਿਹੜਾ ਹੁੰਦਾ। ਤਾਂ ਫਸਟ ਆਪਣੇ ਕੋਲ ਵੈਨ ਵੀ ਮੇਕ ਅ ਸੈਂਟੈਂਸ ਵੀ ਨੇਮ ਸਮ ਪਰਸਨ ਔਰ ਥਿੰਗ। ਜਦੋਂ ਹੀ ਆਪਾਂ ਸੈਂਟੈਂਸ ਨੂੰ ਮਤਲਬ ਲਿਖਦੇ ਹਾਂ ਤਾਂ ਉਹ ਸੈਂਟੈਂਸ ਨੂੰ ਲਿਖਣ ਲਈ ਆਪਾਂ ਹਮੇਸ਼ਾ ਕਿਸੇ ਦਾ ਨੇਮ ਲਿਖਦੇ ਹਾਂ ਫਸਟ, ਠੀਕ ਹੈ। ਨੇਮ ਲਿਖਣ ਤੋਂ ਬਾਅਦ ਕੀ ਹੈ, ਸੇ ਸਮਥਿੰਗ ਅਬਾਊਟ ਦਾ ਪਰਸਨ ਔਰ ਥਿੰਗ, ਅਤੇ ਬਾਅਦ ਵਿੱਚ ਆਪਾਂ ਉਸ ਪਰਸਨ ਨੂੰ ਐਕਸਪ੍ਰੈਸ ਕਰਨ ਲਈ ਉਹਦੇ ਲਈ ਕੁਛ ਨਾ ਕੁਛ ਲਾਈਨਸ ਲਿਖਦੇ ਹਾਂ, ਠੀਕ ਹੈ। ਤਾਂ ਮੇਨ ਸੈਂਟੈਂਸ ਦੇ ਵਿੱਚ ਦੋ ਟਰਮਸ ਹੋ ਗਈਆਂ, ਇੱਕ ਤਾਂ ਸਬਜੈਕਟ ਹੋ ਗਈ ਜਿਹੜੇ ਆਪਾਂ ਨੇਮ ਵਗੈਰਾ ਯੂਜ਼ ਕਰਾਂਗੇ, ਅਤੇ ਪਿੱਛੋਂ ਜੋ ਵੀ ਉਹ ਨੇਮ ਦੀ ਗੱਲ ਹੋਈ ਹੈ ਉਹਨੂੰ ਪ੍ਰੈਡੀਕੇਟ ਕਹਾਂਗੇ। ਵਿਦ ਐਗਜ਼ਾਮਪਲਸ ਮੈਂ ਦੱਸ ਰਹੀ ਹਾਂ। ਇਨ ਅਦਰ ਵਰਡਸ ਵੀ ਮਸਟ ਹੈਵ ਅ ਸਬਜੈਕਟ ਟੂ ਸਪੀਕ ਅਬਾਊਟ, ਵੀ ਆਪਾਂ ਕਿਹਦੇ ਬਾਰੇ ਗੱਲ ਕਰ ਰਹੇ ਹਾਂ ਉਹ ਗੱਲ ਕਰਨ ਵਾਲਾ ਵੀ ਪਰਸਨ ਹੋਣਾ ਚਾਹੀਦਾ। ਵੀ ਮਸਟ ਸੇ ਔਰ ਪ੍ਰੈਡੀਕੇਟ ਸਮਥਿੰਗ, ਜੇ ਤੁਸੀਂ ਮੇਰੇ ਬਾਰੇ ਗੱਲ ਕਰ ਰਹੇ ਹੋ ਤਾਂ ਮੇਰੇ ਬਾਰੇ ਕੀ ਗੱਲ ਕਰ ਰਹੇ ਹੋ ਤਾਂ ਉਹ ਵੀ ਪ੍ਰੈਡੀਕੇਟ ਵੀ ਵਿੱਚ ਹੋਣਾ ਚਾਹੀਦਾ। ਤਾਂ ਮੇਰੇ ਬਾਰੇ ਗੱਲ ਹੋਈ ਤਾਂ ਮੈਂ ਕੀ ਹਾਂ ਇੱਥੇ, ਸਬਜੈਕਟ। ਮੇਰੇ ਬਾਰੇ ਗੱਲ ਕੀ ਹੋ ਰਹੀ ਹੈ ਉਹ ਹੋਊਗਾ ਉੱਥੇ ਪ੍ਰੈਡੀਕੇਟ, ਠੀਕ ਹੈ। ਸੋ ਦ ਪਾਰਟ ਵਿਚ ਨੇਮਸ ਦਾ ਪਰਸਨ ਔਰ ਥਿੰਗ ਵੀ ਆਰ ਸਪੀਕਿੰਗ ਅਬਾਊਟ ਇਜ਼ ਕਾਲਡ ਸਬਜੈਕਟ। ਜਿਹੜੇ ਪਰਸਨ 'ਤੇ ਆਪਾਂ ਗੱਲ ਕਰ ਰਹੇ ਹਾਂ, ਜਿਵੇਂ ਮੇਰੇ 'ਤੇ ਮੰਨ ਲਓ ਆਪਾਂ ਗੱਲ ਕਰ ਰਹੇ ਹਾਂ ਤਾਂ ਮੈਂ ਕੀ ਹਾਂ ਉੱਥੇ ਇੱਕ ਸਬਜੈਕਟ। ਅਤੇ ਮੇਰੇ ਬਾਰੇ ਕੀ ਗੱਲ ਹੋ ਰਹੀ ਹੈ, ਕੀ ਮਤਲਬ ਆਪਣਾ ਡਿਸਕਸ਼ਨ ਚੱਲ ਰਹੀ ਹੈ ਤਾਂ ਉਹਨੂੰ ਬੋਲਦੇ ਹਾਂ ਆਪਾਂ ਪ੍ਰੈਡੀਕੇਟ ਆਫ ਦਾ ਸੈਂਟੈਂਸ। ਸਮਝ ਆ ਗਈ। ਜਿਵੇਂ ਫੋਰ ਐਗਜ਼ਾਮਪਲ ਸੁਰੇਸ਼ ਰਨਸ, ਸੁਰੇਸ਼ ਭੱਜ ਰਿਹਾ, ਤਾਂ ਸੁਰੇਸ਼ ਇੱਕ ਨੇਮ ਮਤਲਬ ਦੈਟ ਇਜ਼ ਸਬਜੈਕਟ, ਪਿੱਛੋਂ ਜੋ ਵੀ ਲਾਈਨ ਹੈ ਜੋ ਵੀ ਕੰਮ ਕਰ ਰਿਹਾ ਉਹ ਪ੍ਰੈਡੀਕੇਟ ਹੈ। ਬਰਡਸ ਫਲਾਈ, ਬਰਡਸ ਕੀ ਕਰ ਰਹੀਆਂ, ਫਲਾਈ ਕਰ ਰਹੀਆਂ, ਤਾਂ ਬਰਡਸ ਕੀ ਹੈ ਸਬਜੈਕਟ, ਫਲਾਈ ਕੀ ਹੈ ਪ੍ਰੈਡੀਕੇਟ। ਗਰਲਸ ਪਲੇ, ਗਰਲਸ ਖੇਲ ਰਹੀ ਹੈ ਤਾਂ ਗਰਲਸ ਕੀ ਹੈ ਸਬਜੈਕਟ, ਪਲੇ ਕੀ ਹੈ ਪ੍ਰੈਡੀਕੇਟ। ਮਾਈ ਬ੍ਰਦਰ ਪਾਸਡ ਦਾ ਐਗਜ਼ਾਮੀਨੇਸ਼ਨ, ਮੇਰੇ ਬ੍ਰਦਰ ਨੇ ਐਗਜ਼ਾਮੀਨੇਸ਼ਨ ਨੂੰ ਪਾਸ ਕਰ ਲਿਆ, ਤਾਂ ਮਾਈ ਬ੍ਰਦਰ ਕੀ ਹੈ ਸਬਜੈਕਟ, ਅਤੇ ਜੋ ਵੀ ਉਹਨੇ ਕੀਤਾ, ਪਾਸ ਦਾ ਐਗਜ਼ਾਮੀਨੇਸ਼ਨ ਕੀਤਾ ਕਿ ਫੇਲ ਦਾ ਐਗਜ਼ਾਮੀਨੇਸ਼ਨ, ਕਿ ਗੁੱਡ ਮਾਰਕਸ ਕਿ ਬੈਡ ਮਾਰਕਸ, ਜੋ ਵੀ ਉਹ ਸਾਰਾ ਕੁਛ ਪ੍ਰੈਡੀਕੇਟ। ਇਟ ਇਜ਼ ਵੈਰੀ ਕੋਲਡ ਟੂਡੇ, ਤਾਂ ਇਟ ਕੀ ਹੈ ਸਬਜੈਕਟ, ਵੈਰੀ ਕੋਲਡ ਟੂਡੇ ਕੀ ਹੈ ਪ੍ਰੈਡੀਕੇਟ। ਦ ਡੌਗਸ ਬਾਰਕ ਐਟ ਨਾਈਟ, ਦ ਡੌਗਸ ਕੀ ਆ ਗਏ ਸਬਜੈਕਟ, ਬਾਰਕ ਐਟ ਨਾਈਟ ਕੀ ਕੰਮ ਕਰਦੇ ਉਹ ਪ੍ਰੈਡੀਕੇਟ, ਠੀਕ ਹੈ। ਨੈਕਸਟ ਆ ਗਿਆ ਦ ਸਬਜੈਕਟ ਆਫ ਅ ਸੈਂਟੈਂਸ ਯੂਜਲੀ ਕਮ ਫਸਟ। ਜਿਹੜਾ ਸਬਜੈਕਟ ਹੋਊਗਾ ਉਹ ਹਮੇਸ਼ਾ ਪਹਿਲਾਂ ਆਊਗਾ, ਯੂਜਲੀ ਮਤਲਬ ਕਦੇ ਕਦੇ ਸਬਜੈਕਟ ਲਾਸਟ 'ਤੇ ਵੀ ਹੁੰਦਾ, ਪਰ ਮੇਨ ਸੈਂਟੈਂਸ ਵਿੱਚ ਇੱਕ ਸਿੰਪਲ ਸੈਂਟੈਂਸ ਦੇ ਵਿੱਚ ਜਿਹੜਾ ਸਬਜੈਕਟ ਹੈ ਉਹ ਸਭ ਤੋਂ ਪਹਿਲਾਂ ਆਊਗਾ। ਬਟ ਓਕੇਜਨਲੀ ਇਟ ਇਜ਼ ਪੁੱਟ ਆਫਟਰ ਦਾ ਪ੍ਰੈਡੀਕੇਟ ਆਲਸੋ, ਬਟ ਕਦੇ ਕਦੇ ਇਹਨੂੰ ਆਪਾਂ ਪ੍ਰੈਡੀਕੇਟ ਦੇ ਬਾਅਦ ਵਿੱਚ ਵੀ ਰੱਖ ਸਕਦੇ ਹਾਂ, ਠੀਕ ਹੈ। ਹੇਅਰ ਕਮਸ ਦਾ ਬੱਸ, ਹੇਅਰ ਦੇਖੋ ਇੱਥੇ ਬੱਸ ਆ ਗਈ, ਤਾਂ ਇੱਥੇ ਕੀ ਆ ਗਈ ਬੱਸ ਆ ਗਈ, ਤਾਂ ਇਹਦੇ ਵਿੱਚ ਆਪਣਾ ਕੀ ਹੋ ਜੂ ਹੇਅਰ ਸਬਜੈਕਟ, ਕਮਸ ਦਾ ਬੱਸ ਆਪਣਾ ਕੀ ਹੋ ਜਾਊਗਾ ਪ੍ਰੈਡੀਕੇਟ। ਜਾਂ ਇੱਥੇ ਆਪਣਾ ਜਿਹੜਾ ਬੱਸ ਹੈ, ਬੱਸ ਹੈਗੀ ਹੈ ਦ ਬੱਸ ਵੀ ਜਿਹੜੀ ਹੈਗੀ ਉਹ ਸਬਜੈਕਟ ਬਣ ਜੂਗੀ। ਆਪਾਂ ਕਿਹਦੇ ਬਾਰੇ ਗੱਲ ਕਰ ਰਹੇ ਹਾਂ, ਸਬਜੈਕਟ ਬਾਰੇ ਗੱਲ ਕਰ ਰਹੇ ਹਾਂ, ਅਤੇ ਸਬਜੈਕਟ ਕੀ ਹੈ ਆ ਗਿਆ ਹੇਅਰ ਕਮਸ, ਤਾਂ ਇੱਥੇ ਆਪਣਾ ਸਬਜੈਕਟ ਪਿੱਛੇ ਹੈ ਪ੍ਰੈਡੀਕੇਟ ਅੱਗੇ ਹੈ, ਠੀਕ ਹੈ। ਨੈਕਸਟ ਆ ਗਿਆ ਹਾਊ ਐਵਰ ਇਨ ਇੰਪੈਰੇਟਿਵ ਸੈਂਟੈਂਸਿਸ ਦ ਸਬਜੈਕਟ ਇਜ਼ ਲੈਫਟ ਆਊਟ, ਬਟ ਕਦੇ ਕਦੇ ਇੰਪੈਰੇਟਿਵ ਸੈਂਟੈਂਸਿਸ ਦੇ ਵਿੱਚ ਸਬਜੈਕਟ ਨੂੰ ਆਪਾਂ ਲਿਖਦੇ ਹੀ ਨਹੀਂ। ਜਿਵੇਂ ਸਿਟ ਡਾਊਨ, ਹੇਅਰ ਦ ਸਬਜੈਕਟ ਇਜ਼ ਅੰਡਰਸਟੂਡ। ਆਪਾਂ ਨੂੰ ਜਿਵੇਂ ਕਹਾਂਗੇ ਮੈਂ ਤੁਹਾਨੂੰ ਦੇ ਕੇ ਕਹਿ ਰਹੀ ਹਾਂ ਸਿਟ ਡਾਊਨ, ਤਾਂ ਮੈਂ ਤੁਹਾਡਾ ਨਾਮ ਨਹੀਂ ਲਿਆ ਇਹਦੇ ਵਿੱਚ ਪ੍ਰੋਪਰ, ਮੈਂ ਜਸਟ ਕਹਿ ਰਹੀ ਹਾਂ ਬਸ ਸਿਟ ਡਾਊਨ, ਵੀ ਇੱਥੇ ਪਤਾ ਲੱਗ ਰਿਹਾ ਕਿ ਤੁਹਾਨੂੰ ਬੈਠਣ ਨੂੰ ਹੀ ਕਹਿ ਰਹੀ ਹਾਂ ਮੈਂ ਸਿਟ ਡਾਊਨ, ਠੀਕ ਹੈ। ਤਾਂ ਇਹਦੇ ਵਿੱਚ ਸਬਜੈਕਟ ਹੈ ਜਿਹੜਾ ਉਹ ਸਮਝ ਹੀ ਹੈ ਕਿ ਸਬਜੈਕਟ ਤੁਹਾਨੂੰ ਕਿਹਾ ਹੋਊਗਾ। ਥੈਂਕ ਹਿਮ, ਵੀ ਉਹਨੂੰ ਥੈਂਕ ਯੂ ਕਹਿਣਾ, ਹੁਣ ਥੈਂਕ ਹਿਮ ਜਿਹਨੂੰ ਮੈਂ ਕਹਿ ਰਹੀ ਹਾਂ ਉਹਨੂੰ ਆਪ ਹੀ ਅੰਡਰਸਟੂਡ ਹੋ ਜਾਊਗਾ, ਹਿਮ ਦਾ ਮਤਲਬ ਕੌਣ ਹੋਊਗਾ ਇੱਥੇ, ਠੀਕ ਹੈ। ਤਾਂ ਕਈ ਇੰਪੈਰੇਟਿਵ ਸੈਂਟੈਂਸਿਸ ਦੇ ਵਿੱਚ ਆਪਾਂ ਸਬਜੈਕਟ ਲੈਂਦੇ ਵੀ ਨਹੀਂ ਗੇ, ਬਟ ਇੱਕ ਸਿੰਪਲ ਸੈਂਟੈਂਸ ਦੀ ਅਗਰ ਗੱਲ ਕਰੀਏ, ਸਿੰਪਲ ਸੈਂਟੈਂਸ ਦੇ ਵਿੱਚ ਸਬਜੈਕਟ ਹੋਊਗਾ, ਵਰਬ ਹੋਊਗੀ, ਪਲੱਸ ਕੀ ਹੈ ਆਬਜੈਕਟ ਹੋਊਗਾ, ਇਹ ਸਿੰਪਲ ਸੈਂਟੈਂਸ ਦੀ ਗੱਲ ਹੈ, ਠੀਕ ਹੈ। ਅ ਗਰੁੱਪ ਆਫ ਵਰਡ ਵਿਚ ਮੇਕ ਸੈਂਸ ਬਟ ਨਾਟ ਕੰਪਲੀਟ ਸੈਂਸ ਇਜ਼ ਕਾਲਡ ਫਰੇਜ਼। ਸੈਂਟੈਂਸ ਤਾਂ ਆਪਾਂ ਕੀਤਾ ਸੀ ਨਾ, ਜਿਹੜੇ ਗਰੁੱਪ ਆਫ ਵਰਡਸ ਇੱਕ ਪ੍ਰੋਪਰ ਸੈਂਸ ਬਣਾਉਣ ਉਹਨੂੰ ਆਪਾਂ ਸੈਂਟੈਂਸ ਬੋਲਦੇ ਹਾਂ, ਬਟ ਉਹ ਵਾਲੇ ਗਰੁੱਪ ਆਫ ਵਰਡ ਜਿਹੜੇ ਕੰਪਲੀਟ ਸੈਂਸ ਨਾ ਬਣਾਉਣ ਉਹਨੂੰ ਆਪਾਂ ਬੋਲਦੇ ਹਾਂ ਫਰੇਜ਼, ਠੀਕ ਹੈ। ਇਨ ਦ ਫੋਲੋਇੰਗ ਸੈਂਟੈਂਸਿਸ ਦ ਗਰੁੱਪ ਆਫ ਵਰਡਸ ਇਨ ਇਟੈਲਿਕਸ ਆਰ ਫਰੇਜ਼ਿਸ। ਜਿਹੜੇ ਆਹ ਵਾਲੇ ਆਪਣੇ ਕੋਲ ਗਰੁੱਪ ਆਫ ਸੈਂਟੈਂਸਿਸ ਹੈ ਇਹ ਫਰੇਜ਼ਿਸ ਹੈ, ਮਤਲਬ ਇਹਦੇ ਵਿੱਚ ਕੀ ਹੈ ਸਬਜੈਕਟ ਜਾਂ ਪ੍ਰੈਡੀਕੇਟ ਪ੍ਰੋਪਰ ਨਹੀਂ ਹੈਗੀਆਂ, ਇਹ ਸਬਜੈਕਟ ਜਾਂ ਪ੍ਰੈਡੀਕੇਟ ਹੈ ਨਹੀਂ ਗਿਆ, ਬਟ ਸਟਿਲ ਆਪਾਂ ਨੂੰ ਇੱਕ ਸੈਂਟੈਂਸ ਗਿਵਨ ਹੈ, ਜਿਵੇਂ ਓਨੈਸਟੀ ਪੇਜ਼ ਇਨ ਦਾ ਲੌਂਗ ਰਨ, ਦ ਸਨ ਰਾਈਜ਼ਿਜ਼ ਇਨ ਦਾ ਈਸਟ। ਮਤਲਬ ਕਿ ਜੋ ਵੀ ਯੂਨੀਵਰਸਲ ਟਰੁੱਥ ਹੈਗੇ ਹੈ ਉਹਦੇ ਵਿੱਚ ਕੋਈ ਸਬਜੈਕਟ ਕੋਈ ਪ੍ਰੈਡੀਕੇਟ ਪ੍ਰੋਪਰ ਨਹੀਂ ਆਪਾਂ ਨੂੰ ਮੈਂਸ਼ਨ ਹੁੰਦਾ, ਬਟ ਸਟਿਲ ਉਹ ਕੀ ਹੈ ਫਰੇਜ਼ਿਸ ਹੁੰਦੇ ਆ, ਉਹ ਸਟਿਲ ਕੀ ਇੱਕ ਸੈਂਟੈਂਸਿਸ ਹੁੰਦੇ ਆ, ਠੀਕ ਹੈ। ਹੁਣ ਇਹਦੇ ਵਿੱਚ ਆਪਾਂ ਕੀ ਕਰਨਾ ਐਕਸਰਸਾਈਜ਼ ਸੋਲਵ ਕਰਨ ਲੱਗੇ ਹਾਂ।
ਤਾਂ ਫਸਟ ਕੀ ਆਪਣੇ ਕੋਲ ਆਪਾਂ ਕੀ ਕਰਨਾ ਹੈ, ਸਬਜੈਕਟ ਤੇ ਪ੍ਰੈਡੀਕੇਟ ਨੂੰ ਡਿਫਰੈਂਸ਼ੀਏਟ ਕਰਨਾ, ਸੈਪਰੇਟ ਕਰਨਾ ਹੈ। ਦ ਬॉय ਸਟੂਡ ਔਨ ਦ ਲਾਸਟ ਬੈਂਚ। ਦ ਬॉय ਕੀ ਆਪਣੇ ਕੋਲ ਆ ਜਾਊਗਾ ਸਬਜੈਕਟ, ਤੇ ਔਨ ਦ ਲਾਸਟ ਬੈਂਚ ਆਪਣੇ ਕੋਲ ਕੀ ਆ ਜਾਊਗਾ ਪ੍ਰੈਡੀਕੇਟ, ਵੀ ਮਤਲਬ ਕੀ ਕੰਮ ਕਰ ਰਿਹਾ ਔਨ ਦ ਲਾਸਟ ਬੈਂਚ ਤੇ ਆ ਉਹ ਤਾਂ ਪ੍ਰੈਡੀਕੇਟ। ਦ ਸਿੰਗਿੰਗ ਆਫ ਦ ਬਰਡਸ, ਸਿੰਗਿੰਗ ਆਫ ਦ ਬਰਡਸ ਕੀ ਆ ਜਾਊਗਾ ਸਿੰਗਿੰਗ, ਇਹ ਵੈਸੇ ਲਾਈਨ ਹਾਫ ਹੈ। ਦ ਸਿੰਗਿੰਗ ਆਫ ਦ ਬਰਡਸ ਇੱਥੇ ਆਊਗਾ ਮੇਕਸ ਮੀ ਹੈਪੀ, ਇੱਥੇ ਪ੍ਰੈਡੀਕੇਟ ਨਹੀਂ ਲਿਖਿਆ ਹੋਇਆ, ਮੇਕਸ ਮੀ ਹੈਪੀ। ਤਾਂ ਸਿੰਗ ਕੌਣ ਕਰ ਰਹੀ ਹੈ, ਬਰਡਸ। ਦ ਸਿੰਗਿੰਗ ਆਫ ਬਰਡਸ ਕੀ ਆ ਜਾਊਗਾ ਸਬਜੈਕਟ, ਮੇਕਸ ਮੀ ਹੈਪੀ ਕੀ ਆ ਜਾਊਗਾ ਪ੍ਰੈਡੀਕੇਟ, ਠੀਕ ਹੈ। ਨੈਕਸਟ ਆ ਗਿਆ ਅ ਗੁੱਡ ਬॉय ਪਾਸ ਦ ਐਗਜ਼ਾਮੀਨੇਸ਼ਨ। ਕਿਹੜਾ ਬॉय, ਸਬਜੈਕਟ ਕੌਣ ਹੈ ਗੁੱਡ ਬॉय, ਪਾਸ ਦ ਐਗਜ਼ਾਮੀਨੇਸ਼ਨ ਪ੍ਰੈਡੀਕੇਟ, ਠੀਕ ਹੈ। ਜਿਵੇਂ ਨੈਕਸਟ ਆ ਗਿਆ ਇਟ ਇਜ਼ ਵੈਰੀ ਹੌਟ, ਇਟ ਵੀ ਉਹ ਇਹ ਬਹੁਤ ਜ਼ਿਆਦਾ ਗਰਮੀ ਹੈ ਇੱਥੇ, ਇਟ ਕੀ ਆ ਜਾਊਗਾ ਸਬਜੈਕਟ, ਵੈਰੀ ਹੌਟ ਕੀ ਆ ਜਾਊਗਾ ਪ੍ਰੈਡੀਕੇਟ, ਠੀਕ ਹੈ। ਦ ਕਾਊ ਗਿਵਜ਼ ਅਸ ਮਿਲਕ, ਕਾਊ ਆਪਾਂ ਨੂੰ ਮਿਲਕ ਦਿੰਦੀ ਹੈ ਤਾਂ ਦ ਕਾਊ ਕੀ ਆ ਜਾਊਗੀ ਸਬਜੈਕਟ, ਗਿਵਜ਼ ਅਸ ਮਿਲਕ ਕੀ ਆ ਜਾਊਗਾ ਪ੍ਰੈਡੀਕੇਟ, ਠੀਕ ਹੈ। ਦ ਅਰਥ ਰਿਵੋਲਵ ਅਰਾਊਂਡ ਦ ਸਨ, ਦ ਅਰਥ ਕੀ ਹੈ ਸਬਜੈਕਟ, ਰਿਵੋਲਵ ਅਰਾਊਂਡ ਦ ਸਨ ਕੀ ਹੈ ਪ੍ਰੈਡੀਕੇਟ। ਮਤਲਬ ਯੂਜ਼ਲੀ ਫਸਟ ਵਾਲਾ ਸਬਜੈਕਟ ਹੁੰਦਾ ਅਤੇ ਲਾਸਟ ਵਾਲਾ ਆਪਣੇ ਕੋਲ ਕੀ ਹੈ ਪ੍ਰੈਡੀਕੇਟ ਹੁੰਦਾ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਕੰਪਲੀਟ ਦ ਫੋਲੋਇੰਗ ਸੈਂਟੈਂਸਿਸ ਬਾਈ ਇਨਸਰਟਿੰਗ ਅ ਸੁਟੇਬਲ ਸਬਜੈਕਟ। ਇਹਦੇ ਵਿੱਚ ਆਪਾਂ ਬਸ ਸੈਂਟੈਂਸ ਨੂੰ ਪੜ੍ਹਨਾ ਅਤੇ ਕੋਈ ਵੀ ਸੁਟੇਬਲ ਜਾਂ ਆਪਾਂ ਇੱਥੇ ਕੀ ਹੈ ਵਰਡ ਲਗਾ ਦੇਣਾ, ਠੀਕ ਹੈ। ਡੈਸ਼ ਬਾਰਕ ਐਟ ਨਾਈਟ, ਹੂ ਬਾਰਕ ਐਟ ਨਾਈਟ, ਡੌਗਸ, ਤਾਂ ਕੁਛ ਵੀ ਲਗਾ ਦਿਓ ਉੱਥੇ, ਡੌਗਸ ਬਾਰਕ ਐਟ ਨਾਈਟ। ਡੈਸ਼ ਸੈਟ ਇਨ ਦ ਵੈਸਟ, ਕੌਣ ਸੈਟ ਹੁੰਦਾ ਵੈਸਟ ਵਿੱਚ, ਦ ਸਨ। ਆਪਾਂ ਦ ਕਿਉਂ ਲਗਾਇਆ, ਕਿਉਂਕਿ ਸਨ ਇੱਕ ਹੀ ਹੈ, ਯੂਨੀਕ ਹੈ, ਠੀਕ ਹੈ, ਦ ਸਨ ਆ ਜਾਊਗਾ। ਡੈਸ਼ ਗਿਵ ਅਸ ਮਿਲਕ, ਦ ਕਾਊ ਗਿਵ ਅਸ ਮਿਲਕ। ਡੈਸ਼ ਇਜ਼ ਕਲਾਊਡੀ ਟੂਡੇ, ਇਟ ਇਜ਼ ਕਲਾਊਡੀ ਟੂਡੇ, ਅੱਜ ਕੀ ਹੈ ਕਲਾਊਡੀ ਹੈ। ਮਤਲਬ ਇੱਥੇ ਕੋਈ ਵੀ ਤੁਸੀਂ ਵਰਡ ਯੂਜ਼ ਕਰਨੇ ਆ ਤਾਂ ਜੋ ਕਿ ਕੰਪਲੀਟ ਸੈਂਸ ਬਣ ਜੇ, ਕੰਪਲੀਟ ਸੈਂਟੈਂਸ ਬਣ ਜੇ, ਉਹ ਆਪਾਂ ਇੱਥੇ ਕੀ ਹੈ ਕੰਪਲੀਟ ਵਰਡਸ ਯੂਜ਼ ਕਰਦੇ ਪਏ ਹਾਂ, ਠੀਕ ਹੈ। ਨੈਕਸਟ ਆ ਗਿਆ ਨੇਮ ਦਾ ਟਾਈਪ ਆਫ ਸੈਂਟੈਂਸਿਸ। ਇਹਦੇ ਵਿੱਚ ਆਪਾਂ ਕੀ ਹੈ ਸੈਂਟੈਂਸਿਸ ਦੇ ਨੇਮ ਦੱਸਣੇ ਆ, ਜਸਟ ਕੁਐਸਚਨ ਪੜ੍ਹਨਾ ਤਾਂ ਸੈਂਟੈਂਸਿਸ ਦੇ ਨੇਮ ਦੱਸਣੇ ਆ। ਪਲੀਜ਼ ਲੈਟ ਮੀ ਵਰਕ, ਪਲੀਜ਼ ਕਿਹਾ ਤਾਂ ਨਾ ਆਪਾਂ, ਜਿੱਥੋਂ ਆਪਾਂ ਕਿਸ ਤੋਂ ਮਤਲਬ ਰਿਕੁਐਸਟ ਕਰ ਰਹੇ ਹਾਂ ਤਾਂ ਉਹ ਕਿਹੜੇ ਹੁੰਦੇ ਆ ਇੰਪੈਰੇਟਿਵ ਸੈਂਟੈਂਸਿਸ, ਇੰਪੈਰੇਟਿਵ ਸੈਂਟੈਂਸਿਸ। ਦ ਬॉयਜ਼ ਮੇਕ ਅ ਨੋਇਸ, ਬॉयਜ਼ ਸ਼ੋਰ ਮਚਾ ਰਹੇ ਆ, ਤਾਂ ਇੱਕ ਸਿੰਪਲ ਸੈਂਟੈਂਸ ਹੈ ਤਾਂ ਸਿੰਪਲੀ ਆਪਾਂ ਕੀ ਯੂਜ਼ ਕਰਦੇ ਸੀ ਐਸਰਵੇਟਿਵ, ਠੀਕ ਹੈ, ਐਸਰਟਿਵ ਸੈਂਟੈਂਸ। ਸਟੈਂਡ ਅਪ, ਇੱਥੇ ਆਪਾਂ ਇਹਨੂੰ ਕੀ ਹੈ ਆਰਡਰ ਦੇ ਰਹੇ ਹਾਂ ਕਿ ਖੜਾ ਹੋ ਜਾ, ਖੜਾ ਹੋ ਜਾ ਮਤਲਬ ਸਟੈਂਡ ਅਪ ਮਤਲਬ ਇੰਪੈਰੇਟਿਵ, ਠੀਕ ਹੈ। ਵਾਟ ਅ ਕਲੈਵਰ ਗਰਲ ਯੂ ਆਰ, ਕਲੈਵਰ ਗਰਲ ਐਕਸਕਲੇਮੇਟਰੀ ਸਾਈਨ ਆ ਗਿਆ ਨਾ, ਮਤਲਬ ਸਿੰਪਲ ਦੇਖ ਹੀ ਰਿਹਾ ਐਕਸਕਲੇਮੇਟਰੀ ਸੈਂਟੈਂਸ ਹੈ, ਠੀਕ ਹੈ। ਵੇਅਰ ਡੂ ਯੂ ਲਿਵ, ਮਤਲਬ ਵੇਅਰ ਡੂ ਯੂ ਲਿਵ ਕੁਐਸਚਨ ਮਾਰਕ ਆ ਗਿਆ ਤਾਂ ਆਪਣੇ ਕੋਲ ਕਿਹੜਾ ਹੋਊਗਾ ਇਹ ਇੰਟੈਰੋਗੇਟਿਵ ਸੈਂਟੈਂਸ, ਇੰਟੈਰੋਗੇਟਿਵ ਸੈਂਟੈਂਸ। ਤਾਂ ਇੱਦਾਂ ਆਪਾਂ ਕੀ ਕਰਕੇ ਕੁਐਸਚਨਸ ਨੂੰ ਧਿਆਨ ਨਾਲ ਰੀਡ ਕਰਕੇ ਉਹਦੇ 'ਚ ਆਪਾਂ ਦੱਸਣਾ ਵੀ ਆਪਾਂ ਨੂੰ ਕਮਾਂਡ ਕਰ ਰਹੇ ਹਾਂ, ਰਿਕੁਐਸਟ ਕਰ ਰਹੇ ਹਾਂ, ਉਹ ਇੰਪੈਰੇਟਿਵ ਹੈ ਕਿ ਸਿੰਪਲ ਲਾਈਨ ਹੀ ਹੈ, ਐਸਰਵੇਟਿਵ ਹੈ ਕਿ ਉਹਦੇ ਵਿੱਚ ਐਕਸਕਲੇਮੇਟਰੀ ਸਾਈਨ ਹੈ ਤਾਂ ਐਕਸਕਲੇਮੇਟਰੀ ਸੈਂਟੈਂਸ ਹੈ ਕਿ ਉਹਦੇ ਵਿੱਚ ਕੁਐਸਚਨ ਮਾਰਕ ਹੈ ਇੰਟੈਰੋਗੇਟਿਵ ਸੈਂਟੈਂਸ ਹੈ। ਤਾਂ ਇੱਦਾਂ ਦੇ ਆਪਾਂ ਕੁਐਸਚਨ ਰੀਡ ਕਰਕੇ ਉਹਨਾਂ ਦੀ ਟਾਈਪ ਆਫ ਸੈਂਟੈਂਸ ਨੂੰ ਆਪਾਂ ਨੋਟ ਡਾਊਨ ਕਰਨਾ, ਠੀਕ ਹੈ।